ਗਨਕਾ ਉਦਰੀ ਹਰ ਕਹਿ ਤੋਤ। ਇੱਕ ਨਗਰ ਵਿੱਚ ਇੱਕ ਬੇਸਵਾ ਚੰਦਰਮਣੀ ਰਹਿੰਦੀ ਸੀ। ਵਿਸ਼ਈ ਅਤੇ ਵਿਭਚਾਰੀ ਪੁਰਸ਼ ਨੇਕੀ ਧਰਮ ਹਯਾ ਗਵਾ ਕੇ ਇਨਸਾਨੀਅਤ ਦੀ ਪਦਵੀ ਤੋਂ ਨਿਘਰ ਕੇ ਪਸ਼ੂ ਪੁਣੇ ਵਾਲੇ ਕੋ ਕਰਮ ਕਰਨ ਲਈ ਇਸ ਦੇ ਦੁਆਰੇ ਤੇ ਅਨੇਕਾਂ ਆਏ ਅਤੇ ਪਾਪਾਂ ਦੀ ਨਦੀ ਵਿੱਚ ਡੁੱਬ ਗਏ। ਬੇਸਵਾ ਵੀ ਕੋ ਕਰਮਾਂ ਦੇ ਚੱਕਰ ਵਿੱਚ ਫਸੀ ਉਦਰ ਪੂਰਤੀ ਲਈ ਇਹ ਭੈੜਾ ਰਾਹ ਅਪਣਾ ਚੁੱਕੀ ਸੀ। ਉਸ ਨੂੰ ਕਦੀ ਖਿਆਲ ਨਾ ਆਇਆ ਕਿ ਇਹ ਅਮੋਲਕ ਸਰੀਰ ਭਾਗਾਂ ਨਾਲ ਪ੍ਰਾਪਤ ਹੋਇਆ ਹੈ ਅਤੇ ਇਹ ਸਰੀਰ ਵਿਸ਼ੇ ਵਿਕਾਰਾਂ ਦੀ ਐਸ਼ ਲੁੱਟਣ ਲਈ ਨਹੀਂ ਸਗੋਂ ਪ੍ਰਭੂ ਜੀ ਦੀ ਭਗਤੀ ਕਰਨ ਵਾਸਤੇ ਇੱਕ ਸੁਨਹਿਰੀ ਮੌਕਾ ਹੈ। ਗਨਕਾ ਵੇਸਵਾ ਦੂਰ ਦੂਰ ਤੱਕ ਇਹਨਾਂ ਮੰਦ ਕਰਮੀ ਕੋ ਕਰਮਾਂ ਦੇ ਕਾਰਨ ਬਦਨਾਮ ਹੋ ਗਈ ਅਤੇ ਫਿਰ ਇਸ ਪੇਸ਼ੇ ਵਿੱਚ ਹੀ ਫਸੀ ਰਹੀ। ਜੋ ਧਨ ਕਮਾਉਂਦੀ ਉਹ ਖੁਰਾਕ, ਲਿਬਾਸ ਅਤੇ ਸ਼ਰਾਬ ਆਦਿ ਤੇ ਖਰਚ ਹੋ ਜਾਂਦਾ। ਅੱਠੇ ਪਹਿਰ ਪਰਾਏ ਮਰਦਾਂ ਨਾਲ ਵਿਸ਼ੇ ਭੋਗ ਕਰਦਿਆਂ ਲੰਘ ਜਾਂਦੇ। ਜਿਵੇਂ ਮਾਸ ਦੇ ਲਾਲਚ ਤੇ ਸਵਾਦ ਬਦਲੇ ਕੁੱਤਾ ਹੱਡੀਆਂ ਨੂੰ ਚਰੂੜਦਾ ਹੈ, ਤਿਵੇਂ ਪਾਪੀ ਪੁਰਸ਼ ਪਾਪਾਂ ਵੱਲ ਵੱਧਦਾ ਜਾਂਦਾ ਹੈ। ਇੱਥੋਂ ਤੱਕ ਕਿ ਪਾਪ ਕਰਦਾ ਪੁਰਸ਼ ਪਾਪ ਨੂੰ ਪਾਪ ਸਮਝਣੋਂ ਹੀ ਹਟ ਜਾਂਦਾ ਹੈ। ਇਵੇਂ ਹੀ ਗਨਕਾ ਚੰਦਰਮਣੀ ਕਾਮ ਵਾਸਨਾ ਦੇ ਅਧੀਨ ਆਪਣੀ ਸੁੰਦਰਤਾ ਅਤੇ ਜਵਾਨੀ ਦੇ ਭੰਗ ਦੇ ਪਹਾੜੇ ਗਵਾ ਰਹੀ ਸੀ। ਇਵੇਂ ਹੀ ਗਨਕਾ ਚੰਦਰਮਣੀ ਕਾਮ ਵਾਸਨਾ ਦੇ ਅਧੀਨ ਆਪਣੀ ਸੁੰਦਰਤਾ ਅਤੇ ਜਵਾਨੀ ਨੂੰ ਭੰਗ ਦੇ ਪਹਾੜੇ ਗਵਾ ਰਹੀ ਸੀ। ਸਿਆਲ ਦੀ ਰੁੱਤ ਮਾਇਆ ਦੇ ਪ੍ਰਭਾਵ ਕਾਰਨ ਅਮੀਰ ਲੋਕ ਅੱਗ ਅਤੇ ਸ਼ਰਾਬ ਨਾਲ ਨਿੱਘ ਹਾਸਲ ਕਰ ਰਹੇ ਸਨ। ਗਰੀਬ ਆਪਣੀਆਂ ਝੌਂਪੜੀਆਂ ਵਿੱਚ ਆਪਣੀਆਂ ਬਾਹਾਂ ਹਿੱਕਾਂ ਨਾਲ ਲਾ ਕੇ ਠਰੂ ਠਰੂ ਕਰਦੇ ਸਮਾਂ ਲੰਘਾ ਰਹੇ ਸਨ। ਹੋਰ ਗ੍ਰਸਤੀ ਪੁਰਸ਼ ਆਪਣੇ ਬਾਲ ਬੱਚਿਆਂ ਸਮੇਤ ਨਿੱਘੀਆਂ ਲੇਫ ਤੁਲਾਈਆਂ ਵਿੱਚ ਆਰਾਮ ਕਰ ਰਹੇ ਸਨ। ਪਰ ਸਿਆਲ ਦੀ ਰੁੱਤ ਵਿੱਚ ਵਰਦੇ ਮੀਂਹ ਅਤੇ ਵਗਦੇ ਠੱਕੇ ਵਿੱਚ ਪੰਛੀਆਂ, ਦਰਵੇਸ਼ਾਂ, ਸਾਧੂ ਫਕੀਰਾਂ ਅਤੇ ਮਿਹਨਤੀ ਮਜ਼ਦੂਰਾਂ ਦਾ ਹਾਲ ਤਰਸਯੋਗ ਸੀ। ਜਿਸ ਨਗਰ ਵਿੱਚ ਵੇਸਵਾ ਚੰਦਰਮਣੀ ਰਹਿੰਦੀ ਸੀ, ਉਸ ਨਗਰ ਤੋਂ ਬਾਹਰ ਇੱਕ ਮਹਾਤਮਾ ਝੁੱਗੀ ਵਿੱਚ ਰਹਿੰਦੇ ਸਨ। ਮਹਾਤਮਾ ਜੀ ਨੂੰ ਉਹ ਕੱਖਾਂ ਦੀ ਕੁੱਲੀ, ਮੋਹਲੇ ਧਾਰ, ਵਰਖਾ ਅਤੇ ਹਨੇਰੀ ਝੱਖੜ ਤੋਂ ਬਚਾ ਨਾ ਸਕੀ। ਉਹ ਬਿਲਕੁਲ ਭਿੱਜ ਗਈ। ਝੌਂਪੜੀ ਵਿੱਚ ਪਾਣੀ ਭਰ ਗਿਆ। ਪਿੰਜਰੇ ਵਿੱਚ ਪਿਆ ਤੋਤਾ ਵੀ ਠਰੂ ਠਰੂ ਕਰਨ ਲੱਗਾ। ਸੰਤ ਜੀ ਕੁਟੀਆ ਤਿਆਗ ਕੇ ਤੋਤੇ ਦਾ ਪਿੰਜਰਾ ਹੱਥ ਵਿੱਚ ਫੜ ਕੇ ਨਗਰ ਵੱਲ ਤੁਰ ਪਏ। ਠੱਕਾਂ ਠੰਡੀ ਤੇਜ਼ ਹਵਾ ਵਗ ਰਿਹਾ ਸੀ ਅਤੇ ਮੋਹਲੇ ਧਾਰ ਵਰਖਾ ਹੋ ਰਹੀ ਸੀ। ਸੰਤ ਜੀ ਉਸ ਬਾਜ਼ਾਰ ਵਿੱਚ ਅਚੇਤ ਹੀ ਚਲੇ ਗਏ ਅਤੇ ਗਨਕਾ ਦੇ ਦੁਆਰੇ ਮੂਹਰੇ ਵਾਧਰੇ ਹੇਠ ਖਲੋ ਗਏ। ਸੰਤ ਜੀ ਰਾਮ ਨਾਮ ਦਾ ਉਚਾਰਨ ਕਰ ਰਹੇ ਸਨ ਅਤੇ ਮਗਰੇ ਹੀ ਤੋਤਾ ਰਾਮ ਨਾਮ ਦਾ ਉਚਾਰਨ ਕਰ ਰਿਹਾ ਸੀ। ਮਹਾਤਮਾ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਇਸ ਘਰ ਜਾਂ ਬਾਜ਼ਾਰ ਵਿੱਚ ਕਿਹੋ ਜਿਹੇ ਪੁਰਸ਼ ਆਉਂਦੇ ਹਨ ਅਤੇ ਪਾਪ ਕਰਦੇ ਹਨ। ਵਰਖਾ ਤੋਂ ਬਚਣ ਵਾਸਤੇ ਉਹ ਖਲੋ ਗਏ। ਸੰਤ ਜੀ ਰਾਮ ਨਾਮ ਦਾ ਉਚਾਰਨ ਕਰ ਰਹੇ ਸਨ ਅਤੇ ਮਗਰੇ ਹੀ ਤੋਤਾ ਰਾਮ ਨਾਮ ਦਾ ਉਚਾਰਨ ਕਰ ਰਿਹਾ ਸੀ। ਮਹਾਤਮਾ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਇਸ ਘਰ ਜਾਂ ਬਾਜ਼ਾਰ ਵਿੱਚ ਕਿਹੋ ਜਿਹੇ ਪੁਰਸ਼ ਆਉਂਦੇ ਹਨ ਅਤੇ ਪਾਪ ਕਰਦੇ ਹਨ। ਵਰਖਾ ਤੋਂ ਬਚਣ ਵਾਸਤੇ ਉਹ ਖੜੇ ਹੋ ਗਏ। ਗਨਕਾ ਨੇ ਚੁਬਾਰੇ ਵਿੱਚ ਬੈਠਿਆਂ ਰਾਮ ਨਾਮ ਦਾ ਜਾਪ ਸੁਣਿਆ। ਬੂਹਾ ਖੋਲ ਕੇ ਤੱਕਿਆ ਕਿ ਇੱਕ ਸੰਤ ਜੀ ਬਿਲਕੁਲ ਭਿੱਜੇ ਹੋਏ ਖੜੇ ਰਾਮ ਨਾਮ ਦਾ ਜਾਪ ਕਰ ਰਹੇ ਹਨ। ਪੌੜੀਆਂ ਰਾਹੀਂ ਹੇਠਾਂ ਆ ਕੇ ਪੁੱਛਣ ਲੱਗੀ, ਆਓ ਮਹਾਤਮਾ ਜੀ। ਪਰ ਮਹਾਤਮਾ ਨੇ ਸਪਸ਼ਟ ਆਖ ਦਿੱਤਾ, ਪੁੱਤਰੀ ਮੀਂਹ ਜਰਾ ਹਟ ਜਾਵੇ, ਅਸੀਂ ਚਲੇ ਜਾਣਾ ਹੈ, ਸਾਨੂੰ ਧਰਮਸ਼ਾਲਾ ਦਾ ਰਸਤਾ ਦੱਸੋ। ਪਰ ਗਨਕਾ ਨੇ ਨਿਮਰਤਾ ਪੂਰਵਕ ਬੇਨਤੀ ਕੀਤੀ, ਮਹਾਰਾਜ ਜੀ ਤੁਸੀਂ ਅੰਦਰ ਲੰਘ ਆਓ। ਜਦੋਂ ਵਰਖਾ ਰੁਕ ਜਾਵੇਗੀ ਤੁਸੀਂ ਧਰਮਸ਼ਾਲਾ ਚਲੇ ਜਾਇਓ। ਅੰਦਰ ਪੁੱਜ ਕੇ ਗਨਕਾ ਨੇ ਆਪਣੇ ਪਾਪ ਕਰਮਾਂ ਦਾ ਸਾਰਾ ਚਿੱਠਾ ਮਹਾਂਪੁਰਖਾਂ ਅੱਗੇ ਸਪਸ਼ਟ ਬੋਲ ਦਿੱਤਾ। ਜਿਵੇਂ ਕਮਲ ਫੁੱਲ ਪਾਣੀ ਵਿੱਚ ਅਲਿਪਤ ਰਹਿੰਦਾ ਹੈ, ਇਵੇਂ ਹੀ ਮਹਾਂਪੁਰਖ ਜਗਤ ਵਿੱਚ ਵਿਚਰਦੇ ਹੋਏ ਵੀ ਕੁਕਰਮਾਂ ਤੋਂ ਅਲਿਪਤ ਰਹਿੰਦੇ ਹਨ। ਕੁਕਰਮਣ ਵੇਸਵਾ ਦੇ ਜੀਵਨ ਦਾ ਮਹਾਂਪੁਰਖਾਂ ਦੀ ਆਤਮਾ ਤੇ ਰਤੀ ਭਰ ਵੀ ਪ੍ਰਭਾਵ ਨਾ ਪਿਆ। ਸਗੋਂ ਮਹਾਂਪੁਰਖਾਂ ਦੇ ਗਿੱਲੇ ਵਸਤਰ ਉਤਰਵਾ ਕੇ ਸੁੱਕੇ ਵਸਤਰ ਪਹਿਨਾ ਦਿੱਤੇ ਅਤੇ ਅੱਗ ਬਾਲ ਕੇ ਸੇਕਣ ਲਈ ਆਖਿਆ ਅਤੇ ਰੱਜ ਕੇ ਭੋਜਨ ਛਕਾਇਆ। ਸੰਤ ਜੀ ਪ੍ਰਸੰਨ ਹੋ ਗਏ। ਉਹਨਾਂ ਗਨਕਾ ਨੂੰ ਕੁਕਰਮਾਂ ਤੋਂ ਛੁਡਾ ਕੇ ਪ੍ਰਭੂ ਚਰਨਾਂ ਵਿੱਚ ਲਿਵ ਲਾਉਣ ਲਈ ਇੱਕ ਸੁਚੱਜਾ ਢੰਗ ਵਰਤਿਆ। ਪਿੰਜਰੇ ਪਿਆ ਤੋਤਾ, ਜਿਸ ਨੂੰ ਉਹ ਹਰ ਸਮੇਂ ਆਪਣੇ ਪਾਸ ਰੱਖਦੇ ਅਤੇ ਰਾਮ ਨਾਮ ਦਾ ਜਾਪ ਕਰਵਾਉਂਦੇ ਸਨ, ਗਨਕਾ ਨੂੰ ਦਿੱਤਾ ਅਤੇ ਆਖਿਆ, ਹੇ ਪੁੱਤਰੀ ਤੂੰ ਇਸ ਨੂੰ ਹਰ ਰੋਜ਼ ਰਾਮ ਨਾਮ ਪੜ੍ਹਾਇਆ ਕਰਨਾ। ਕੁਝ ਸਮੇਂ ਬਾਅਦ ਜਦੋਂ ਅਸੀਂ ਮੁੜ ਕੇ ਆਵਾਂਗੇ ਤਾਂ ਲੈ ਜਾਵਾਂਗੇ।
ਇਹ ਬਚਨ ਕਹਿ ਕੇ ਮਹਾਤਮਾ ਜੀ ਉੱਥੋਂ ਚਲੇ ਗਏ। ਚੰਦਰਮਣੀ ਗਨਕਾ ਵੇਸਵਾ ਦੇ ਭਾਗ ਜਾਗ ਪਏ। ਮਹਾਤਮਾ ਦਾ ਹੁਕਮ ਮੰਨ ਕੇ ਹਰ ਰੋਜ਼ ਰਾਮ ਨਾਮ ਦਾ ਜਾਪ ਤੋਤੇ ਤੋਂ ਕਰਵਾਉਣ ਲੱਗੀ। ਸਹਿਜੇ ਸਹਿਜੇ ਚੰਦਰਮਣੀ ਦਾ ਮਨ ਬਦਲ ਗਿਆ। ਮਨ ਬਦਲ ਜਾਣ ਕਰਕੇ ਉਸ ਦੇ ਕਰਮ ਵੀ ਬਦਲ ਗਏ। ਉਹ ਹਰ ਰੋਜ਼ ਤੜਕੇ ਉੱਠਦੀ, ਇਸ਼ਨਾਨ ਕਰਦੀ ਅਤੇ ਪ੍ਰੇਮ ਨਾਲ ਤੋਤੇ ਨੂੰ ਰਾਮ ਨਾਮ ਦਾ ਜਾਪ ਕਰਵਾਉਂਦੀ ਸੀ। ਇਵੇਂ ਰਾਮ ਨਾਮ ਦੇ ਜਾਪ ਕਰਵਾਉਣ ਦਾ ਉਤਸ਼ਾਹ ਵੱਧਦਾ ਗਿਆ ਅਤੇ ਪਾਪ ਕਰਮ ਘਟਦਾ ਸਦਾ ਵਾਸਤੇ ਹਟ ਗਿਆ। ਗੋਲੀਆਂ ਦਾਸੀਆਂ ਨੂੰ ਵੀ ਛੁੱਟੀ ਦੇ ਦਿੱਤੀ, ਹਾਰ ਸ਼ਿੰਗਾਰ ਕਰਨੇ ਤਿਆਗ ਦਿੱਤੇ। ਸਧਾਰਨ ਨੇਕ ਔਰਤਾਂ ਵਾਂਗੂ ਸਾਦਗੀ ਦਾ ਜੀਵਨ ਬਤੀਤ ਕਰਨ ਲੱਗੀ। ਅੰਤ ਸਵਾਸ ਰਾਮ ਨਾਮ ਦਾ ਜਾਪ ਹੋਣ ਲੱਗ ਪਿਆ। ਮਨ ਦੀ ਮੈਲ ਧੋਤੀ ਗਈ ਅਤੇ ਮਨ ਸ਼ੀਸ਼ੇ ਵਾਂਗੂ ਨਿਰਮਲ ਹੋ ਗਿਆ। ਚੰਦਰਮਣੀ ਦੇ ਹਿਰਦੇ ਵਿੱਚੋਂ ਵੇਸਵਾਪੁਣਾ ਬਿਲਕੁਲ ਖਤਮ ਹੋ ਗਿਆ। ਉਹ ਸੱਚਮੁੱਚ ਚੰਦਰਮਣੀ ਬਣ ਗਈ, ਭਾਵ ਹਿਰਦਾ ਬਿਲਕੁਲ ਸ਼ੁੱਧ ਹੋ ਗਿਆ। ਗਨਕਾ ਦਾ ਅੰਤ ਸਮਾਂ ਆ ਗਿਆ। ਧਰਮਰਾਜ ਦੇ ਦੂਤ ਡਰਾਉਣੀਆਂ ਸ਼ਕਲਾਂ ਵਾਲੇ ਉਸ ਨੂੰ ਲੈਣ ਵਾਸਤੇ ਪੁੱਜ ਗਏ, ਪਰ ਗਨਕਾ ਰਾਮ ਨਾਮ ਦੇ ਸਿਮਰਨ ਵਿੱਚ ਮਗਨ ਰਹੀ। ਪ੍ਰਭੂ ਕਿਰਪਾ ਨਾਲ ਜਮਾਂ ਦੀ ਫਾਹੀ ਵਿੱਚੋਂ ਛੁਟਕਾਰਾ ਪ੍ਰਾਪਤ ਹੋਇਆ। ਇੱਕ ਸੁੰਦਰ ਵਿਮਾਨ ਆਕਾਸ਼ ਵੱਲੋਂ ਉਤਰਿਆ, ਜਿਸ ਵਿੱਚ ਗਨਕਾ ਨੂੰ ਬੜੇ ਸਤਿਕਾਰ ਨਾਲ ਬਿਠਾਇਆ ਗਿਆ ਅਤੇ ਬੈਕੁੰਠ ਵਿੱਚ ਪੁੱਜ ਗਈ। ਮੇਰੀ ਆਤਮਾ ਰਾਮ ਨਾਮ ਦਾ ਪ੍ਰਤਾਪ ਵੇਖ ਗਨਕਾ ਦੇ ਸਭ ਪਾਪ ਖਤਮ ਹੋ ਗਏ। ਗਨਕਾ ਨੂੰ ਜਮਾਂ ਦੀ ਫਾਹੀ ਤੋਂ ਛੁਟਕਾਰਾ ਪ੍ਰਾਪਤ ਹੋ ਗਿਆ ਅਤੇ ਪ੍ਰਭੂ ਜੀ ਪਾਸ ਬੈਕੁੰਠ ਵਿੱਚ ਪੁੱਜ ਗਈ।